ਸਤਿ ਸ਼੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਅੱਜ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦਿਖਾਵਾਂਗੇ ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਕਰਕੇ ਕਿੰਨੇ ਹੋ ਗਏ ਨੇ ਮਰੀਜ਼, ਕਿੰਨੇ ਹੋ ਗਏ ਨੇ ਠੀਕ ਤੇ ਕਿੰਨੀਆਂ ਹੋ ਗਈਆਂ ਨੇ ਮੌਤਾਂ। ਕਿਊਬੈਕ ਵਿੱਚ ਅੱਜ ਖੋਲ੍ਹੇ ਗਏ ਹਜ਼ਾਰਾਂ ਸਕੂਲ। ਤਸਵੀਰਾਂ ਵਿੱਚ ਦਿਖਾਵਾਂਗੇ ਕਿਸ ਤਰ੍ਹਾਂ ਹਦਾਇਤਾਂ ਨਾਲ ਬੱਚਿਆਂ ਦੀ ਸੁਰੱਖਿਆ ਵਾਸਤੇ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ ਸਕੂਲਾਂ ਦਾ ਮਾਹੌਲ। ਕੈਲਗਰੀ ਵਿੱਚ ਇਸ ਹਫ਼ਤੇ ਪ੍ਰਤੀ ਦਿਨ 1000 ਦੇ ਕਰੀਬ ਗਿਣਤੀ ਨਾਲ ਤੰਦਰੁਸਤ ਵਿਅਕਤੀਆਂ ਦੇ ਵੀ ਕੀਤੇ ਜਾ ਰਹੇ ਨੇ ਕੋਵਿਡ-19 ਟੈਸਟ। ਸਿਹਤ ਵਿਭਾਗ ਦੀ ਵੈਬਸਾਈਟ ਤੇ ਕਰ ਸਕਦੇ ਹੋ ਰਜਿਸਟਰ। ਫਰੇਜ਼ਰ ਹੈਲਥ ਵੱਲੋਂ ਸਰਜਰੀਜ਼ ਦੇ ਲਈ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ। ਸਰਜਰੀ ਤੋਂ ਪਹਿਲਾਂ ਦੀ ਤਿਆਰੀ ਮਰੀਜ਼ਾਂ ਦੇ ਨਾਲ ਵੀਡੀਓ ਕਾਲ ਤੇ ਕੀਤੀ ਜਾਵੇਗੀ ਤੇ ਮਰੀਜ਼ਾਂ ਲਈ ਹੋਰ ਕੀ ਨੇ ਹਦਾਇਤਾਂ ਦੱਸਾਂਗੇ ਖਬਰਾਂ ਵਿੱਚ। ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਨੇ ਕੀਤਾ ਕਰੀਬ 25% ਕਾਮਿਆਂ ਨੂੰ ਕੰਮ ਤੋਂ ਹਟਾਉਣ ਦਾ ਐਲਾਨ। ਪ੍ਰਗਟਾਈ ਸ਼ੰਕਾ 3 ਸਾਲ ਤੱਕ ਦਿਖਾਈ ਦੇਵੇਗਾ ਕੋਵਿਡ-19 ਕਰਕੇ ਬਣੇ ਹਾਲਾਤ ਦਾ ਅਸਰ। ਸਰੀ ਦੇ ਘਰ ਵਿੱਚੋਂ ਨਸ਼ਾ ਕੀਤਾ ਗਿਆ ਜ਼ਬਤ। ਸਰੀ RCMP ਤੋਂ ਪੁਲਿਸ ਅਧਿਕਾਰੀ ਨੇ ਟੀਵੀ ਪੰਜਾਬ ਤੇ ਦਿੱਤੀ ਜਾਣਕਾਰੀ ਤੇ ਦੱਸਿਆ ਕਿ ਗੈਰ ਕਾਨੂੰਨੀ ਤੌਰ ਤੇ ਭੰਗ ਖਰੀਦਣੀ ਕਿਵੇਂ ਹੋ ਸਕਦੀ ਹੈ ਖਤਰਨਾਕ ਸਾਬਤ। ਵੈਨਕੂਵਰ ਵਿੱਚ ਇੱਕ ਵਿਅਕਤੀ ਨੇ ਕੀਤੀ ਪੁਲਿਸ ਦੀ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਤੇ ਕਈ ਪੁਲਿਸ ਅਧਿਕਾਰੀ ਕੀਤੇ ਜ਼ਖਮੀ। ਨਾਲ ਹੀ ਪੁਲਿਸ ਸਰਵਿਸ ਡੌਗ ਦਾ ਦੰਦ ਤੋੜਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੀ ਕੀਤੇ ਨੇ ਖਾਸ ਐਲਾਨ, ਦਵਾਂਗੇ ਜਾਣਕਾਰੀ। ਇਸ ਤਰ੍ਹਾਂ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਹਰ ਰੋਜ਼ ਦੀ ਤਰ੍ਹਾਂ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਕੈਨੇਡਾ ਭਰ ਤੋਂ ਆਖਿਰ ਕੀ ਅੰਕੜੇ ਹੋ ਚੁੱਕੇ ਨੇ ਕੋਰੋਨਾ ਵਾਇਰਸ ਦੇ। ਕੈਨੇਡਾ ਭਰ ਵਿੱਚ ਹੁਣ ਤੱਕ 69,970 ਕੋਰੋਨਾ ਵਾਇਰਸ ਦੇ ਮਰੀਜ਼ ਹੋ ਗਏ ਨੇ। 4,993 ਮੌਤਾਂ ਹੋ ਗਈਆਂ ਨੇ। 33,007 ਵਿਅਕਤੀ ਕੋਰੋਨਾ ਵਾਇਰਸ ਤੋਂ ਮੁੜ ਠੀਕ ਵੀ ਹੋ ਗਏ ਨੇ। ਐਲਬਰਟਾ ਵਿੱਚ 6300 ਮਰੀਜ਼ ਨੇ। 117 ਮੌਤਾਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ 2353 ਮਰੀਜ਼, 130 ਮੌਤਾਂ। ਮੈਨੀਟੋਬਾ ਵਿੱਚ 299 ਮਰੀਜ਼, 7 ਮੌਤਾਂ। ਨਿਊ ਬਰੰਸਵਿਕ ਵਿੱਚ 120 ਮਰੀਜ਼। ਨਿਊ ਫਾਊਂਡਲੈਂਡ ਵਿੱਚ 261 ਹੈ ਅੰਕੜਾ ਤੇ 3 ਮੌਤਾਂ। ਨੋਵਾ ਸਕੋਸ਼ੀਆ ਵਿੱਚ 1019 ਹੈ ਤੇ 48 ਮੌਤਾਂ। ਓਨਟਾਰੀਓ ਵਿੱਚ 20,546 ਹੈ ਤੇ 1776 ਮੌਤਾਂ। ਪ੍ਰਿੰਸ ਐਡਵਰਡ ਆਈਲੈਂਡ ਦੇ ਉੱਤੇ 27 ਹੈ ਅੰਕੜਾ। ਕਿਊਬੈਕ ਵਿੱਚ 38,469 ਹੈ ਤੇ 3,013 ਮੌਤਾਂ। ਸਸਕੈਚਵਨ ਵਿੱਚ 568 ਹੈ ਤੇ 6 ਮੌਤਾਂ। ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ 5 ਹੈ। ਨੂਨਾਵਤ ਤੋਂ 1 ਮਾਮਲਾ ਸਾਹਮਣੇ ਆਇਆ ਤੇ ਯੂਕੋਨ ਤੋਂ 11 ਮਾਮਲੇ ਸਾਹਮਣੇ ਆਏ ਨੇ। ਇੱਥੋਂ ਦੱਸਦੇ ਕਿ ਜਿਹੜੇ ਸੂਬਿਆਂ ਤੋਂ ਅੰਕੜੇ ਦਿਖਾਏ ਨੇ ਉਹ ਹੁਣ ਤੱਕ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ ਹਜ਼ਾਰਾਂ ਠੀਕ ਵੀ ਹੋ ਚੁੱਕੇ ਨੇ ਤੇ ਜਿਹੜੇ ਕੁੱਲ ਮਰੀਜ਼ ਠੀਕ ਹੋਏ ਨੇ ਕੈਨੇਡਾ ਭਰ ਵਿੱਚ, ਉਹ ਅੰਕੜੇ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸੇ ਨੇ ਕਿ 33,000 ਤੋਂ ਵੱਧ ਮਰੀਜ਼ ਹੁਣ ਤੱਕ ਕੋਰੋਨਾ ਵਾਇਰਸ ਦੇ ਨਾਲ ਲੜ ਕੇ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਤੇ ਜਿਹੜੇ ਹੁਣ ਤੱਕ ਦੇ ਮਰੀਜ਼ਾਂ ਦੀ ਗਿਣਤੀ ਹੈ ਉਹ ਹਰ ਸੂਬੇ ਤੋਂ ਦਿਖਾਉਂਦੇ ਹੁੰਦੇ ਆ। ਤੇ ਇਸ ਦੇ ਨਾਲ ਹੀ ਜ਼ਿਕਰਯੋਗ ਹੈ ਕਿ ਕਿਊਬੈਕ ਵਿੱਚ ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਕਰਕੇ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਨੇ ਤੇ ਉੱਥੇ ਸਭ ਤੋਂ ਜ਼ਿਆਦਾ ਮਰੀਜ਼ਾਂ ਦੀ ਗਿਣਤੀ ਹੈ, ਤਾਂ ਨਾਲ ਹੀ ਕਿਊਬੈਕ ਦੇ ਵਿੱਚ ਹੀ ਅੱਜ ਤੋਂ ਸਕੂਲ ਖੋਲ੍ਹ ਦਿੱਤੇ ਗਏ ਨੇ। ਦਰਅਸਲ ਸਕੂਲਾਂ ਨੂੰ ਜਦੋਂ ਖੋਲ੍ਹਿਆ ਗਿਆ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ, ਤੁਹਾਨੂੰ ਦਿਖਾਵਾਂਗੇ, ਜਿਸ ਦੇ ਵਿੱਚ ਜਦੋਂ ਪਹਿਲਾਂ ਸਵੇਰੇ ਬੱਚਿਆਂ ਦਾ ਸਵਾਗਤ ਕਰਨ ਦੇ ਲਈ ਅਧਿਆਪਕ ਖੜ੍ਹੇ ਸਨ ਤਾਂ ਉਹਨਾਂ ਵਿੱਚੋਂ ਕਈਆਂ ਨੇ ਸ਼ੀਲਡ ਪਾਈਆਂ ਹੋਈਆਂ ਸਨ ਆਪਣੇ ਮੂੰਹ ਦੇ ਉੱਤੇ, ਮੂੰਹ ਢੱਕਣ ਵਾਸਤੇ, ਤੇ ਕਈਆਂ ਨੇ ਨਹੀਂ, ਕਿਉਂਕਿ ਇਹ ਲਾਜ਼ਮੀ ਨਹੀਂ ਸੀ ਅਧਿਆਪਕਾਂ ਲਈ ਕਿ ਉਹਨਾਂ ਨੇ ਸ਼ੀਲਡ ਪਾ ਕੇ ਹੀ ਰੱਖਣੀ ਹੈ। ਉਹਨਾਂ ਦੇ ਵੱਲੋਂ ਸਵਾਗਤ ਕੀਤਾ ਗਿਆ ਵਿਦਿਆਰਥੀਆਂ ਦਾ ਤੇ ਸਾਰੇ ਸਕੂਲਾਂ ਦੇ ਵਿੱਚ ਜੋ ਐਲੀਮੈਂਟਰੀ ਸਕੂਲ ਖੋਲ੍ਹੇ ਗਏ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ, ਮੌਂਟਰੀਅਲ ਦੇ ਖੇਤਰ ਵਿੱਚ ਨਹੀਂ ਖੋਲ੍ਹੇ ਗਏ। ਤੇ ਇਸ ਦੇ ਨਾਲ ਹੀ ਦੱਸੇ ਕਿ ਜਿਹੜੇ ਸਕੂਲ ਖੋਲ੍ਹੇ ਗਏ ਉਹਨਾਂ ਵਿੱਚ ਬੱਚਿਆਂ ਦਰਮਿਆਨ ਵਿੱਥ ਬਣਾਉਣ ਨੂੰ ਲੈ ਕੇ ਸਾਰੇ ਸਕੂਲਾਂ ਦਾ ਮਾਹੌਲ ਹੀ ਬਦਲਿਆ ਪਿਆ ਸੀ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਮਾਰਕ ਬਣਾਏ ਗਏ, ਚਾਹੇ ਬੱਚਿਆਂ ਨੇ ਸਕੂਲ ਦੇ ਵਿੱਚ ਪਹਿਲਾਂ ਸਵੇਰੇ ਆਉਣਾ ਹੋਵੇ ਜਾਂ ਸ਼ਾਮ ਨੂੰ ਜਾਣਾ ਹੋਵੇ ਜਾਂ ਦਿਨ ਦੇ ਵਿੱਚ ਜਾਂ ਕਲਾਸਰੂਮਸ ਦੇ ਵਿੱਚ ਵੀ। ਇੱਥੋਂ ਤੱਕ ਕਿ ਕਲਾਸਰੂਮਸ ਦੇ ਵਿੱਚ ਬੱਚਿਆਂ ਦੇ ਜੋ ਟੇਬਲ ਨੇ ਉਹਨਾਂ ਦੇ ਉੱਤੇ ਪਹਿਲਾਂ ਤੋਂ ਹੀ ਅਧਿਆਪਕਾਂ ਨੇ ਕਿਤਾਬਾਂ ਰੱਖੀਆਂ ਹੋਈਆਂ ਸਨ, ਬਾਕਸ ਰੱਖੇ ਹੋਏ ਸਨ, ਉਹਨਾਂ ਦੇ ਵਿੱਚ ਕਿਤਾਬਾਂ ਰੱਖੀਆਂ ਹੋਈਆਂ ਸੀ। ਬੱਚਿਆਂ ਨੂੰ ਇਜਾਜ਼ਤ ਨਹੀਂ ਸੀ ਕਿ ਉਹ ਆਪਣੀ ਕੋਈ ਵੀ ਕਿਤਾਬ ਜਾਂ ਕੋਈ ਚੀਜ਼ ਦੂਜੇ ਬੱਚੇ ਦੇ ਨਾਲ ਸਾਂਝੀ ਕਰ ਸਕਦੇ ਹੋਣ, ਤਾਂ ਇੱਕ ਦੂਜੇ ਤੋਂ ਦੂਰ ਜੋ ਟੇਬਲ ਰੱਖੇ ਗਏ ਤੇ ਨਾਲ ਹੀ ਉਹਨਾਂ ਦੇ ਨਾਮ ਲਿਖੇ ਗਏ ਸਨ ਕਿ ਕਿਹੜੇ ਟੇਬਲ ਦੇ ਉੱਤੇ ਕਿਹੜੇ ਬੱਚੇ ਨੇ ਬੈਠਣਾ ਹੈ। ਇਸੇ ਦੇ ਨਾਲ ਲਾਇਬ੍ਰੇਰੀ ਤੇ ਹੋਰ ਕਈ ਥਾਵਾਂ ਨੂੰ ਇਸ ਵਕਤ ਕਲਾਸਰੂਮਸ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਤਬਦੀਲ ਕੀਤਾ ਗਿਆ, ਕਿਉਂਕਿ ਬੱਚਿਆਂ ਦਰਮਿਆਨ ਦੂਰੀ ਬਣਾ ਕੇ ਰੱਖਣ ਦੇ ਵਾਸਤੇ ਉਹਨਾਂ ਨੂੰ ਹੋਰ ਜ਼ਿਆਦਾ ਥਾਂ ਦੀ ਲੋੜ ਪਈ, ਜਿਸ ਦੇ ਵਾਸਤੇ
ਵੱਖੋ ਵੱਖਰੀਆਂ ਸਕੂਲ ਦੀਆਂ ਅਜਿਹੀਆਂ ਸਹੂਲਤਾਂ ਜਿਵੇਂ ਕਿ ਲਾਇਬ੍ਰੇਰੀਜ਼ ਤੇ ਹੋਰ ਉਹਨਾਂ ਨੂੰ ਕਲਾਸਰੂਮਸ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਬੱਚਿਆਂ ਦੀ ਸੁਰੱਖਿਆ ਵਾਸਤੇ ਸਕੂਲ ਬੱਸਾਂ ਦੇ ਵਿੱਚ ਵੀ ਹਦਾਇਤਾਂ ਸਨ, ਜਿੱਥੇ ਡਰਾਈਵਰਸ ਦੀ ਸੁਰੱਖਿਆ ਲਈ ਉਹਨਾਂ ਦੇ ਡਰਾਈਵਰ ਸੀਟ ਦੇ ਕੋਲ ਸ਼ੀਲਡ ਲਗਾਈ ਹੋਈ ਸੀ ਤੇ ਨਾਲ ਹੀ ਜਦੋਂ ਬੱਸਾਂ ਦੇ ਵਿੱਚ ਬੱਚੇ ਆਏ ਵੀ ਤਾਂ ਇੱਕ ਸੀਟ ਦੇ ਉੱਤੇ ਇੱਕ ਬੱਚੇ ਨੂੰ ਹੀ ਬੈਠਣ ਦੀ ਇਜਾਜ਼ਤ ਸੀ। ਇਸ ਦੇ ਨਾਲ ਹੀ ਉਹਨਾਂ ਦੇ ਦਰਮਿਆਨ ਵਿੱਥ ਬਣਾਏ ਰੱਖਣ ਨੂੰ ਲੈ ਕੇ ਵੀ ਧਿਆਨ ਦਿੱਤਾ ਗਿਆ ਤਾਂ ਨਾਲ ਹੀ ਉਹਨਾਂ ਦੇ ਹੱਥ ਧੋਣ ਨੂੰ ਲੈ ਕੇ ਵੀ ਕਲਾਸਰੂਮ ਦੇ ਵਿੱਚ ਅੰਦਰ ਆਉਣ ਤੋਂ ਪਹਿਲਾਂ ਸਾਰਿਆਂ ਨੂੰ ਹੱਥ ਧੋਣ ਦੇ ਲਈ ਕਿਹਾ ਗਿਆ। ਸਕੂਲ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਦੇ ਹੱਥ ਸਾਫ਼ ਕਰਵਾਏ ਗਏ ਤੇ ਦਿਨ ਵਿੱਚ ਜਦੋਂ ਵੀ ਕੋਈ ਵੱਖਰੀ ਐਕਟੀਵਿਟੀ ਹੁੰਦੀ ਸੀ ਤਾਂ ਉਸ ਵਕਤ ਬੱਚਿਆਂ ਨੂੰ ਬਾਰ-ਬਾਰ ਹੱਥ ਧੋਣ ਲਈ ਕਿਹਾ ਗਿਆ ਤੇ ਇਸ ਵਕਤ ਬੱਚਿਆਂ ਦੀ ਜੋ ਸੁਰੱਖਿਆ ਹੈ ਉਸ ਦਾ ਅਹਿਮ ਧਿਆਨ ਰੱਖਦੇ ਹੋਏ ਸਕੂਲਾਂ ਦੇ ਵੱਲੋਂ ਕਦਮ ਤਾਂ ਚੁੱਕੇ ਗਏ ਨੇ। ਹੁਣ ਆਉਂਦੇ 1-2 ਦਿਨ ਦੇ ਵਿੱਚ ਹੀ ਪਤਾ ਲੱਗੇਗਾ ਕਿ ਆਖਿਰ ਜੋ ਸਕੂਲਾਂ ਦੇ ਦਰਮਿਆਨ ਇਹਨਾਂ ਹਦਾਇਤਾਂ ਦੇ ਦਰਮਿਆਨ ਕੋਵਿਡ-19 ਦੇ ਕਰਕੇ ਜੋ ਮਾਹੌਲ ਬਣਿਆ ਉਸ ਦੇ ਵਿੱਚ ਜਿਹੜੇ ਇਸ ਵਕਤ ਫੈਸਲੇ ਲਏ ਗਏ ਤੇ ਸਕੂਲਾਂ 'ਚ ਵੱਡੇ ਬਦਲਾਅ ਆਏ ਨੇ ਉਸ ਮੁਤਾਬਕ ਕੀ ਸਕੂਲਾਂ ਨੂੰ ਖੋਲ੍ਹਣ ਦਾ ਇਹ ਉਪਰਾਲਾ ਕਾਮਯਾਬ ਹੋ ਸਕਿਆ ਕਿ ਨਹੀਂ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਸਥਾਵਾਂ ਤੇ ਲੋਕ ਅਜਿਹੇ ਵੀ ਨੇ ਜੋ ਕਿਊਬੈਕ ਦੇ ਵਿੱਚੋਂ ਹੀ ਵਿਰੋਧ ਵੀ ਕਰ ਰਹੇ ਨੇ ਇਸ ਦਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਰਿਸਕ ਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅਗਲੀ ਖਬਰ ਐਲਬਰਟਾ ਤੋਂ ਹੈ। ਜਿਵੇਂ ਕਿ ਐਲਬਰਟਾ ਤੋਂ ਹੁਣ ਤੱਕ 6300 ਕੋਰੋਨਾ ਵਾਇਰਸ ਮਰੀਜ਼ਾਂ ਦੇ ਮਾਮਲੇ ਸਾਹਮਣੇ ਆਏ ਨੇ, ਪਰ ਇੱਥੇ ਜ਼ਿਕਰਯੋਗ ਹੈ ਕਿ ਇਹਨਾਂ ਵਿੱਚ 4000 ਤੋਂ ਜ਼ਿਆਦਾ ਮਾਮਲੇ ਸਿਰਫ ਕੈਲਗਰੀ ਦੇ ਖੇਤਰ ਤੋਂ ਹੀ ਸਾਹਮਣੇ ਆ ਚੁੱਕੇ ਨੇ, ਜਿਸ ਕਰਕੇ ਸਿਹਤ ਵਿਭਾਗ ਨੇ ਕੈਲਗਰੀ ਵਿੱਚ ਵਸਨੀਕਾਂ ਨੂੰ ਸਹੂਲਤ ਦਿੱਤੀ ਹੈ ਕਿ ਉਹ ਇਸ ਪੂਰੇ ਹਫ਼ਤੇ ਜਿਹੜੇ ਤੰਦਰੁਸਤ ਵੀ ਨੇ ਤੇ ਕੰਮਾਂ ਤੇ ਜਾ ਰਹੇ ਨੇ ਤੇ ਉਹਨਾਂ ਨੂੰ ਸ਼ੱਕ ਹੈ ਕਿ ਬੇਸ਼ੱਕ ਉਹ ਤੰਦਰੁਸਤ ਨੇ ਪਰ ਹੋ ਸਕਦਾ ਹੈ ਕਿ ਕੋਰੋਨਾ ਵਾਇਰਸ ਦਾ ਹਮਲਾ ਉਹਨਾਂ ਦੇ ਉੱਤੇ ਹੋਇਆ ਹੋਵੇ ਤਾਂ ਉਹਨਾਂ ਦੇ ਟੈਸਟ ਵੀ ਕੀਤੇ ਜਾਣਗੇ, ਜਿਸ ਸੰਬੰਧੀ ਐਲਬਰਟਾ ਦੇ ਹੈਲਥ ਡਿਪਾਰਟਮੈਂਟ ਦੀ ਜੋ ਵੈਬਸਾਈਟ ਹੈ ਉਸ ਦੇ ਉੱਤੇ ਜਾ ਕੇ ਰਜਿਸਟਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਿਹਤ ਅਧਿਕਾਰੀ ਨੇ ਕਿਹਾ ਕਿ ਜੇਕਰ ਕੋਈ ਬਿਮਾਰ ਹੈ ਤਾਂ ਹੀ 811 ਕਰੇ, ਜੇਕਰ ਉਸ ਦੇ ਵਿੱਚ ਕੋਈ ਵੀ ਲੱਛਣ ਨਹੀਂ ਦਿਖਾਈ ਦਿੰਦਾ ਕੋਰੋਨਾ ਵਾਇਰਸ ਦਾ ਤਾਂ 811 ਨਾ ਕੀਤੀ ਜਾਵੇ, ਸਗੋਂ ਵੈਬਸਾਈਟ ਦੇ ਉੱਤੇ ਜਾ ਕੇ ਰਜਿਸਟਰ ਕੀਤਾ ਜਾ ਸਕਦਾ, ਜਿਸ ਤੋਂ ਬਾਅਦ ਜਿਹੜੇ ਤੰਦਰੁਸਤ ਨੇ ਉਹਨਾਂ ਦੇ ਵੀ ਟੈਸਟ ਕੀਤੇ ਜਾਣਗੇ। ਇਸ ਦੇ ਵਿੱਚ ਰੱਖਿਆ ਗਿਆ ਹੈ ਕਿ ਇਸ ਪੂਰੇ ਹਫ਼ਤੇ ਹਰ ਰੋਜ਼ 1000 ਵਿਅਕਤੀ ਦਾ ਟੈਸਟ ਇਸ ਸੰਬੰਧਿਤ ਕੀਤਾ ਜਾਵੇਗਾ ਕੋਵਿਡ-19 ਦਾ ਤੇ ਇਹ ਖਾਸ ਤੌਰ ਦੇ ਉੱਤੇ ਕੰਮ ਵਾਲੀਆਂ ਥਾਵਾਂ ਦੇ ਉੱਤੇ ਜਿਹੜੇ ਜਾ ਰਹੇ ਨੇ ਉਹਨਾਂ ਦੀ ਸੁਰੱਖਿਆ ਨੂੰ ਸਥਾਈ ਬਣਾਉਣ ਦੇ ਵਾਸਤੇ ਕੀਤਾ ਜਾ ਰਿਹਾ ਹੈ। ਅਗਲੀ ਖਬਰ ਹੈ ਬ੍ਰਿਟਿਸ਼ ਕੋਲੰਬੀਆ ਤੋਂ, ਜਿੱਥੇ ਕਿ ਫਰੇਜ਼ਰ ਹੈਲਥ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਜਿਵੇਂ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਵੱਖੋ ਵੱਖਰੇ ਫੇਜ਼ਸ ਦੇ ਵਿੱਚ ਸੂਬੇ ਨੂੰ ਖੋਲ੍ਹਿਆ ਜਾ ਰਿਹਾ ਹੈ। ਆਰਥਿਕਤਾ ਨੂੰ ਖੋਲ੍ਹਣ ਦੇ ਵਿੱਚ ਜੋ ਅਹਿਮ ਪਹਿਲੇ ਪੜਾਅ ਨੇ ਉਹਨਾਂ ਦੇ ਵਿੱਚ ਇਹ ਵੀ ਸੀ ਕਿ ਜਿਹੜੀਆਂ ਆਪਰੇਸ਼ਨ ਸੀ ਲੋਕਾਂ ਦੇ ਉਹ ਰੋਕ ਦਿੱਤੇ ਗਏ ਸਨ ਤਾਂ ਕਿ ਹਸਪਤਾਲਾਂ ਵਿੱਚ ਕੋਵਿਡ-19 ਫੈਲਣ ਦਾ ਖਤਰਾ ਜ਼ਿਆਦਾ ਬਣਿਆ ਰਹਿੰਦਾ ਹੈ। ਪਰ ਇਸੇ ਦੌਰਾਨ ਫਰੇਜ਼ਰ ਹੈਲਥ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਜਿਹੜੇ ਆਪਰੇਸ਼ਨ ਕੀਤੇ ਵੀ ਜਾਣੇ ਨੇ ਉਹਨਾਂ ਆਪਰੇਸ਼ਨਸ ਨੂੰ ਕਰਨ ਤੋਂ ਪਹਿਲਾਂ ਜਿਹੜੀਆਂ ਸਰਜਰੀਜ਼ ਕੀਤੀਆਂ ਜਾਣਗੀਆਂ ਉਸ ਤੋਂ ਪਹਿਲਾਂ ਜੋ ਮਰੀਜ਼ਾਂ ਦੇ ਨਾਲ ਗੱਲਬਾਤ ਹੁੰਦੀ ਹੈ ਕਿ ਉਹਨਾਂ ਦਾ ਟੈਸਟ ਹੁੰਦਾ ਹੈ ਕਿ ਕੀ ਉਹ ਠੀਕ ਨੇ, ਕਿ ਉਹਨਾਂ ਨੂੰ ਕੋਈ ਹੋਰ ਦਿੱਕਤ ਤਾਂ ਨਹੀਂ ਆ ਰਹੀ, ਕਿ ਉਹ ਸਰਜਰੀ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ, ਜਿਹੜੇ ਉਹ ਸਾਰੀਆਂ ਇਹ ਗੱਲਾਂ ਪੁੱਛੀਆਂ ਜਾਣੀਆਂ ਨੇ ਤੇ ਇਸ ਸੰਬੰਧੀ ਜਿਹੜੀ ਇੱਕ ਪ੍ਰਕਿਰਿਆ ਹੁੰਦੀ ਹੈ ਉਹ ਮਰੀਜ਼ ਨੂੰ ਹਸਪਤਾਲ ਵਿੱਚ ਲਿਆਂਦੇ ਬਿਨਾਂ ਉਸਦੇ ਘਰ ਤੋਂ ਹੀ ਕੀਤੀ ਜਾ ਸਕੇਗੀ। ਵੀਡੀਓ ਕਾਲ ਦੇ ਉੱਤੇ ਡਾਕਟਰ ਇਹ ਸਾਰੀ ਪ੍ਰਕਿਰਿਆ ਕਰਨਗੇ ਤਾਂ ਕਿ ਮਰੀਜ਼ ਘੱਟ ਤੋਂ ਘੱਟ ਸਮੇਂ ਹਸਪਤਾਲ 'ਚ ਰਹਿ ਸਕੇ ਤੇ ਉਹਨੂੰ ਖਤਰਾ ਘੱਟ ਤੋਂ ਘੱਟ ਹੋ ਸਕੇ, ਕਿਉਂਕਿ ਜਿੱਥੇ ਇੱਕ ਪਾਸੇ ਇਸ ਵਕਤ ਜ਼ਿਆਦਾ ਸਰਜਰੀਜ਼ ਬਹੁਤ ਜ਼ਰੂਰੀ ਵੀ ਨੇ ਕਈ ਲੋਕਾਂ ਦੇ ਵਾਸਤੇ, ਤਾਂ ਉੱਥੇ ਹੀ ਹਸਪਤਾਲਾਂ ਦੇ ਵਿੱਚ ਕੋਵਿਡ-19 ਫੈਲਣ ਦਾ ਜਿਹੜਾ ਖਤਰਾ ਹੈ ਉਹ ਸ਼ੁਰੂ ਤੋਂ ਹੀ ਜ਼ਿਆਦਾ ਬਣਿਆ ਰਿਹਾ ਹੈ, ਜਿਸ ਦੇ ਕਰਕੇ ਹੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਇੱਕ ਪਾਸੇ ਸਿਹਤ ਕਾਮਿਆਂ ਦਾ ਧਿਆਨ ਵੀ ਕੋਵਿਡ-19 ਦੇ ਮਰੀਜ਼ਾਂ ਤੇ ਕੋਵਿਡ-19 ਦੇ ਮਾਮਲਿਆਂ ਵੱਲ ਹੋ ਗਿਆ ਸੀ ਤਾਂ ਇਹ ਸਰਜਰੀਜ਼ ਨੂੰ ਰੱਦ ਕਰ ਦਿੱਤਾ ਗਿਆ ਸੀ ਕੁਝ ਸਮੇਂ ਵਾਸਤੇ। ਪਰ ਹੁਣ ਜਿੱਥੇ ਇੱਕ ਪਾਸੇ ਨਾ ਸਰਜਰੀਜ਼ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ ਤਾਂ ਨਾਲ ਹੀ ਇੱਥੇ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 2 ਸਾਲ ਤੱਕ ਇਹਨਾਂ 2 ਮਹੀਨੇ ਦਰਮਿਆਨ ਜਿਹੜਾ ਕੰਮ ਇਕੱਠਾ ਹੋਇਆ ਹੈ ਕਿ ਮਰੀਜ਼ਾਂ ਦੀਆਂ ਸਰਜਰੀਜ਼ ਨੇ ਜਿਹੜੀਆਂ ਇਹਨਾਂ ਨੂੰ ਤਰੀਕਾਂ ਦਿੱਤੀਆਂ ਹੋਈਆਂ ਸੀ ਉਹਨਾਂ ਨੂੰ ਰੱਦ ਕਰਨਾ ਪਿਆ, ਉਸ ਨੂੰ ਆਮ ਵਰਗਾ ਹੋਣ ਦੇ ਲਈ ਸਮਾਂ ਲੱਗ ਜਾਵੇਗਾ। ਤਾਂ ਦੂਜੇ ਪਾਸੇ ਵੈਨਕੂਵਰ ਏਅਰਪੋਰਟ ਤੋਂ ਵੀ ਕੁਝ ਅਜਿਹੀ ਹੀ ਜਾਣਕਾਰੀ ਦਿੱਤੀ ਗਈ ਹੈ ਕਿ 3 ਸਾਲ ਤੱਕ ਆਮ ਵਰਗਾ ਮਾਹੌਲ ਹੋਣ ਨੂੰ ਸਮਾਂ ਲੱਗ ਸਕਦਾ ਹੈ, ਜਿੱਥੇ ਵੱਡੀ ਗਿਣਤੀ ਦੇ ਵਿੱਚ ਯਾਤਰੀਆਂ ਦੀ ਕਮੀ ਹੈ ਜਿਹੜੀ ਉਸ ਦੇ ਕਰਕੇ ਕਾਮਿਆਂ ਨੂੰ ਕੰਮ ਤੋਂ ਹਟਾਇਆ ਜਾ ਰਿਹਾ ਹੈ। ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੇ ਆਪਣੇ 25% ਕਾਮਿਆਂ ਨੂੰ ਨੋਟਿਸ ਦੇ ਦਿੱਤੇ ਗਏ ਨੇ, ਜਿਨ੍ਹਾਂ ਨੂੰ ਕੰਮ ਤੋਂ ਹਟਾਉਣ ਦੇ ਨੋਟਿਸ ਦਿੱਤੇ ਗਏ ਨੇ, ਜਿਨ੍ਹਾਂ ਦੇ ਵਿੱਚ ਕਰੀਬ 550 ਕਾਮੇ ਆਉਂਦੇ ਨੇ ਤੇ ਮੈਨੇਜਮੈਂਟ ਤੇ ਯੂਨੀਅਨ ਦੇ ਕਾਮੇ ਦੋਵਾਂ ਦੇ ਵੱਲੋਂ ਇਸ ਵਿੱਚ ਮੌਜੂਦ ਨੇ ਜਿਨ੍ਹਾਂ ਨੂੰ ਨੋਟਿਸ ਮਿਲੇ ਨੇ।
ਇੱਥੇ ਜਾਣਕਾਰੀ ਦਿੱਤੀ ਗਈ ਹੈ ਕਿ ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਹਰ ਸਾਲ ਕਰੀਬ 26 ਮਿਲੀਅਨ ਯਾਤਰੀ ਜਾਂਦੇ ਤੇ ਆਉਂਦੇ ਨੇ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਕਰਕੇ ਇਸ ਦੇ ਵਿੱਚ ਵੱਡੀ ਗਿਣਤੀ 'ਚ ਗਿਰਾਵਟ ਆਈ ਹੈ ਤੇ ਇਸ ਦਾ ਅਸਰ ਸਿਰਫ ਉਸ ਸਮੇਂ ਤੱਕ ਹੀ ਨਹੀਂ ਜਦੋਂ ਕੋਵਿਡ-19 ਦੇ ਕਾਰਨ ਚੁਫੇਰੇ ਹਾਲਾਤ ਅਜਿਹੇ ਬਣੇ ਹੋਏ ਨੇ ਕਿ ਲੋਕ ਸਫ਼ਰ ਨਹੀਂ ਕਰ ਰਹੇ, ਸਗੋਂ ਅੱਗੇ ਵੀ ਦਿਖਾਈ ਦੇਣ ਵਾਲਾ ਹੈ। ਇਸ ਦੇ ਬਾਰੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੇ 3 ਸਾਲ ਤੱਕ 8 ਤੋਂ 15 ਮਿਲੀਅਨ ਯਾਤਰੀ ਹੀ ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਦੇ ਰਾਹੀਂ ਸਫ਼ਰ ਕਰਨਗੇ, ਜਿਸ ਤਹਿਤ ਜਾਣਕਾਰੀ ਦਿੱਤੀ ਗਈ ਹੈ ਕਿ ਇੰਨੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਕਾਮਿਆਂ ਦੀ ਹੁਣ ਉਹਨਾਂ ਨੂੰ ਲੋੜ ਨਹੀਂ ਜਾਪਦੀ ਤੇ ਜਿਨ੍ਹਾਂ ਕਾਮਿਆਂ ਤੋਂ ਬਿਨਾਂ ਇਸ ਵਕਤ ਸਰ ਸਕਦਾ ਹੈ ਉਹਨਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ, ਜਿਸ ਦੇ ਬਾਰੇ ਨੋਟਿਸ ਜਾਰੀ ਕਰਨ ਦੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 29 ਅਪ੍ਰੈਲ ਨੂੰ ਕਾਮਿਆਂ ਨੂੰ ਇਹ ਵੀ ਕਹਿ ਦਿੱਤਾ ਗਿਆ ਸੀ ਕਿ ਆਪਣੇ ਆਪ ਜਿਹੜੇ ਕੰਮ ਤੋਂ ਹਟਣਾ ਚਾਹੁੰਦੇ ਨੇ ਉਹ ਵੀ ਹਟ ਸਕਦੇ ਨੇ, ਜਿਸ ਤੋਂ ਬਾਅਦ ਫਿਰ ਕਈਆਂ ਨੂੰ ਨੋਟਿਸ ਦਿੱਤੇ ਗਏ ਨੇ। ਇਸ ਦੇ ਨਾਲ ਹੀ ਇੱਥੇ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅੱਜ ਹੀ ਐਲਾਨ ਕੀਤਾ ਗਿਆ ਹੈ ਕਿ ਜੋ ਵੱਡੇ ਬਿਜ਼ਨਸ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਮਦਦ ਦਿੱਤੀ ਜਾਵੇਗੀ ਸਰਕਾਰ ਵੱਲੋਂ ਤਾਂ ਕਿ ਉਹ ਕਾਮਿਆਂ ਨੂੰ ਨਾ ਹਟਾਉਣ। ਪਰ ਇਸ ਦੇ ਵਿੱਚ ਹੁਣ ਇਹ ਹੈ ਕਿ ਕੰਮ ਹੀ ਇੰਨਾ ਜ਼ਿਆਦਾ ਘਟ ਗਿਆ ਹੈ ਕਿ ਇੰਨੇ ਜ਼ਿਆਦਾ ਕਾਮਿਆਂ ਦੀ ਲੋੜ ਹੀ ਨਹੀਂ ਇਹਨਾਂ ਥਾਵਾਂ ਦੇ ਉੱਤੇ ਪੈ ਰਹੀ, ਤਾਂ ਅਜਿਹੇ ਵਿੱਚ ਉਹਨਾਂ ਨੂੰ ਕੰਮ ਤੋਂ ਹਟਾਉਣਾ ਪੈ ਰਿਹਾ ਹੈ। ਅਗਲੀ ਖਬਰ ਸਰੀ ਤੋਂ ਹੈ, ਜਿੱਥੇ ਕਿ ਇੱਕ ਘਰ ਦੇ ਵਿੱਚੋਂ ਨਸ਼ੇ ਦੀ ਖੇਪ ਫੜੀ ਗਈ। ਪੁਲਿਸ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਆਖਿਰ ਕੀ ਹੈ ਪੂਰਾ ਮਾਮਲਾ। ਸਰੀ ਆਰਸੀਐਮਪੀ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਭਾਈਚਾਰੇ ਦੇ ਵਿੱਚੋਂ ਕੁਝ ਮਦਦ ਮਿਲੀ, ਜਿਸ ਤੋਂ ਬਾਅਦ ਸਾਊਥ ਸਰੀ ਦੇ ਵਿੱਚ ਇੱਕ ਘਰ ਦੀ ਜਾਂਚ ਸ਼ੁਰੂ ਕੀਤੀ ਗਈ। 164 ਬਲਾਕ ਤੇ 24A ਐਵੇਨਿਊ ਦੇ ਉੱਤੇ ਅਪ੍ਰੈਲ 23, 2020 ਨੂੰ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਇੱਕ ਘਰ ਦੇ ਵਿੱਚ, ਜਦੋਂ ਉੱਥੋਂ ਪੁਲਿਸ ਨੇ ਨਸ਼ਾ ਤਸਕਰੀ ਦਾ ਸਮਾਨ ਤੇ ਨਸ਼ਾ ਫੜਿਆ ਤੇ ਨਾਲ ਹੀ ਪੁਲਿਸ ਨੂੰ ਸੰਕੇਤ ਮਿਲੇ ਕਿ ਉਹਨਾਂ ਵਿਅਕਤੀਆਂ ਵੱਲੋਂ ਆਨਲਾਈਨ ਗੈਰ ਕਾਨੂੰਨੀ ਤੌਰ ਦੇ ਉੱਤੇ ਭੰਗ ਵੀ ਵੇਚੀ ਜਾ ਰਹੀ ਸੀ ਤੇ ਨਾਲ ਹੀ ਉਹਨਾਂ ਨੇ ਉੱਥੇ ਕੋਕੇਨ ਦੇ ਕਈ ਪੈਕੇਟ ਤੇ ਭੰਗ ਦੇ ਪੈਕੇਟ, $1700 ਕੈਸ਼, ਫੋਨ ਤੇ 2 ਗ੍ਰਿਫਤਾਰੀਆਂ ਵੀ ਕੀਤੀਆਂ। ਇੱਕ ਪੁਰਸ਼ ਤੇ ਇੱਕ ਔਰਤ ਦੀ ਗ੍ਰਿਫਤਾਰੀ ਕੀਤੀ, ਜਿਨ੍ਹਾਂ ਨੂੰ ਥੋੜੀ ਦੇਰ ਬਾਅਦ ਛੱਡ ਵੀ ਦਿੱਤਾ ਗਿਆ। ਹਜੇ ਤੱਕ ਇਸ ਮਾਮਲੇ ਵਿੱਚ ਕਿਸੇ ਦੇ ਉੱਤੇ ਕੋਈ ਮਾਮਲਾ ਦਰਜ ਨਹੀਂ ਹੋਇਆ, ਪਰ ਪੁਲਿਸ ਨੇ ਉਸ ਸਮਾਨ ਦੀਆਂ ਤਸਵੀਰਾਂ ਜ਼ਰੂਰ ਜਾਰੀ ਕੀਤੀਆਂ ਨੇ ਜੋ ਉਹਨਾਂ ਨੇ ਘਰ ਦੇ ਵਿੱਚੋਂ ਜ਼ਬਤ ਕੀਤਾ। ਕਿ ਇਸ ਘਰ ਦੇ ਵਿੱਚੋਂ ਭੰਗ ਵੀ ਵੇਚੀ ਜਾ ਰਹੀ ਸੀ ਜੋ ਗੈਰ ਕਾਨੂੰਨੀ ਤਰੀਕੇ ਨਾਲ ਵੇਚੀ ਜਾ ਰਹੀ ਸੀ ਤੇ ਉਹਨਾਂ ਨੂੰ ਸੰਕੇਤ ਮਿਲੇ ਨੇ ਕਿ ਆਨਲਾਈਨ ਵੇਚੀ ਜਾ ਰਹੀ ਸੀ ਭੰਗ। ਤੇ ਇਸੇ ਸੰਬੰਧੀ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਟੀਵੀ ਪੰਜਾਬ ਦੇ ਉੱਤੇ ਖੁਦ ਜਾਣਕਾਰੀ ਦਿੱਤੀ। ਤੁਹਾਨੂੰ ਦਿਖਾਉਂਦੇ ਉਹਨਾਂ ਨੇ ਕੀ ਕੁਝ ਕਿਹਾ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਗੈਰ ਕਾਨੂੰਨੀ ਤੌਰ ਦੇ ਉੱਤੇ ਭੰਗ ਖਰੀਦਣੀ ਸਿਹਤ ਦੇ ਲਈ ਕਿੰਨੀ ਜ਼ਿਆਦਾ ਹਾਨੀਕਾਰਕ ਸਾਬਤ ਹੋ ਸਕਦੀ ਹੈ। ਸੋ ਸਾਨੂੰ ਕਮਿਊਨਿਟੀ ਤੋਂ ਟਿਪ ਆਏ ਸੀਗੇ, ਉਹਨਾਂ ਨੇ ਸ਼ਿਕਾਇਤ ਕੀਤੀ ਸੀਗੀ ਵੀ ਸਾਊਥ ਸਰੀ ਦੇ ਨੇਬਰਹੁੱਡ ਦੇ ਵਿੱਚ ਇੱਕ ਘਰੋਂ ਜਾਂ ਘਰ ਦੇ ਨੇੜੇ ਡਰੱਗ ਟ੍ਰੈਫਿਕਿੰਗ, ਡਰੱਗ ਵੇਚਦੇ ਸੀਗੇ ਲੋਕ। ਤੇ April 23 ਤਰੀਕ ਨੂੰ ਆਪਣੇ ਸਰੀ RCMP ਡਰੱਗ ਯੂਨਿਟ ਨੇ ਸਰਚ ਵਾਰੰਟ ਉਹਨਾਂ ਨੇ ਐਕਸੀਕਿਊਟ ਕੀਤੀ ਸੀ ਉਸ ਘਰੇ। ਤੇ ਜਦੋਂ ਉਹਨਾਂ ਨੇ ਸਰਚ ਵਾਰੰਟ ਐਕਸੀਕਿਊਟ ਕੀਤੀ ਸੀ, ਉਹਨਾਂ ਨੇ ਉੱਥੇ ਲੋਕੇਟ ਤੇ ਬਰਾਮਦ ਕੀਤੀ ਸੀ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਲੱਗਦੀਆਂ ਸੀ ਵੀ ਉੱਥੋਂ ਘਰ ਤੋਂ ਡਰੱਗ ਬਣਾਉਂਦੇ ਸੀ ਤੇ ਵੇਚਦੇ ਸੀਗੇ, ਲਾਈਕ ਪੈਕੇਜ ਕਰਦੇ ਸੀਗੇ। ਫਿਰ ਘਰ ਦੇ ਵਿੱਚ ਉਦੋਂ ਇੱਕ ਬੰਦਾ, ਇੱਕ ਕੁੜੀ ਸੀ, ਉਹਨਾਂ ਨੂੰ ਉਦੋਂ ਅਰੈਸਟ ਕੀਤਾ ਸੀਗਾ ਪਰ ਫਿਰ ਛੱਡਤਾ ਸੀ ਤੇ ਆਪਣੀ ਇਨਵੈਸਟੀਗੇਸ਼ਨ ਹਜੇ ਆਪਾਂ ਕਰੀ ਜਾਂਦੇ ਹਾਂ। ਸੋ ਸਮਾਨ ਜਿਹੜਾ ਸੀਗਾ ਪੈਕੇਜਿੰਗ ਮਟੀਰੀਅਲ ਸੀ, ਪ੍ਰੋਸੈਸਿੰਗ ਮਟੀਰੀਅਲਸ। ਪੈਕੇਜਿੰਗ ਤੇ ਪ੍ਰੋਸੈਸਿੰਗ ਦਾ ਮਤਲਬ ਵੀ ਜਿਹੜੇ ਪੈਕੇਜ ਦੇ ਵਿੱਚ ਨਸ਼ੇ ਵਿੱਚ ਪਾਉਂਦੇ ਆ ਤੇ ਫਿਰ ਉਹ ਨਸ਼ੇ ਵਿੱਚ ਪਾ ਕੇ ਫਿਰ ਵੇਚਣ ਲੱਗਦੇ ਆ। ਨਾਲੇ ਨਸ਼ੇ ਸੀਗੇ ਕੋਕੇਨ ਤੇ MDMA, $1700 ਕੈਸ਼, ਸੈਲ ਫੋਨ ਸੀਗੇ ਬਹੁਤ ਜ਼ਿਆਦਾ, ਨਾਲੇ ਬਹੁਤ ਜ਼ਿਆਦਾ ਕੈਨੇਬਿਸ ਲਾਈਕ ਸੁੱਖਾ ਸੀਗਾ। ਤੇ ਸਾਨੂੰ ਲੱਗਦਾ ਸੀਗਾ ਵੀ ਲੋਕ ਆਨਲਾਈਨ ਸਟੋਰ ਵੀ ਆਨਲਾਈਨ ਵੇਚਦੇ ਸੀਗੇ ਸੁੱਖਾ ਕੈਨੇਬਿਸ। ਜਿਹੜੇ ਸੁੱਖਾ ਪੀਂਦੇ ਆ ਉਹ ਕਨਵੀਨੀਅੰਸ ਵਾਸਤੇ ਆਨਲਾਈਨ ਆਰਡਰ ਕਰਦੇ ਆ, ਪਰ ਬਹੁਤ ਜ਼ਿਆਦਾ ਥਾਂ ਹੈਗੇ ਆ ਆਨਲਾਈਨ ਜਿਹੜੇ ਉਹ ਅਨਆਥੋਰਾਈਜ਼ਡ ਨਹੀਂ ਗਏ। ਸੋ ਜਦੋਂ ਲੀਗਲਾਈਜੇਸ਼ਨ ਹੋਈ ਸੀਗੀ ਕੈਨੇਬਿਸ ਦੀ, ਗਵਰਨਮੈਂਟ ਨੇ ਕਿਹਾ ਵੀ ਆਹ ਕੁਛ ਕਰਨਾ ਪੈਂਦਾ ਹੈ ਆਥੋਰਾਈਜ਼ੇਸ਼ਨ ਲੈਣ ਨੂੰ। ਜਦੋਂ ਆਥੋਰਾਈਜ਼ੇਸ਼ਨ ਮਿਲ ਗਈ ਫਿਰ
ਵੇਚ ਸਕਦੇ ਆ ਪਰ ਬਹੁਤ ਲੋਕੀ ਉਹ ਇਲੀਗਲ ਆ ਉਹਨਾਂ ਨੇ ਆਥੋਰਾਈਜ਼ ਨਹੀਂ ਗਏ ਵੇਚਣ ਨੂੰ ਤੇ ਬਹੁਤ ਲੋਕੀ ਆਨਲਾਈਨ ਜਾਂਦੇ ਆ ਤੇ ਇੰਟਰਨੈਟ ਤੋਂ ਬਾਏ ਕਰਦੇ ਆ ਸੁੱਖਾ ਲੋਕਾਂ ਤੋਂ ਜਿਨ੍ਹਾਂ ਦੇ ਅਨਆਥੋਰਾਈਜ਼ਡ ਹੈਗੇ ਤੇ ਬਹੁਤ ਡੇਂਜਰਸ ਹੈਗਾ ਕਿਉਂਕਿ ਜਿਹਦੇ ਡਰੱਗ ਉਹਨਾਂ ਨੂੰ ਮਿਲਦੇ ਆ ਜਿਹੜਾ ਨਸ਼ਾ ਮਿਲਦੇ ਆ ਪਤਾ ਨਹੀਂ ਹੁੰਦਾ ਵੀ ਉਹਦੇ ਵਿੱਚ ਕੀ ਕੁਛ ਪਾਇਆ ਹੋਇਆ ਸੋ ਕਿਉਂਕਿ ਉਹ ਰੈਗੂਲੇਟ ਨਹੀਂ ਕੋਈ ਟੈਸਟ ਨਹੀਂ ਕਰਦੇ ਜਾਂ ਮੋਨੀਟਰ ਨਹੀਂ ਕਰਦੇ ਉਹਨਾਂ ਨੂੰ ਸੋ ਸੇਫਟੀ ਵਾਸਤੇ ਆਪਾਂ ਦੱਸਣਾ ਚਾਹੁੰਦੇ ਹਾਂ ਕਮਿਊਨਿਟੀ ਨੂੰ ਜਿਵੇਂ ਕਿ ਪੁਲਿਸ ਅਧਿਕਾਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਭੰਗ ਖਰੀਦਣ ਵਾਸਤੇ ਜੇਕਰ ਆਨਲਾਈਨ ਜਾਂ ਫਿਰ ਹੋਰ ਕਈ ਥਾਵਾਂ ਦੇ ਉੱਤੇ ਗੈਰ ਕਾਨੂੰਨੀ ਤਰੀਕੇ ਅਪਣਾਏ ਜਾਂਦੇ ਨੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਬੇਸ਼ੱਕ ਸਸਤੇ ਤੌਰ ਦੇ ਉੱਤੇ ਮਿਲ ਜਾਂਦੀ ਹੈ ਪਰ ਇਸ ਦੌਰਾਨ ਜਿਹੜੇ ਭੰਗ ਦੇ ਹੋਰ ਪ੍ਰੋਡਕਟ ਵੀ ਖਰੀਦੇ ਜਾਂਦੇ ਨੇ ਉਸ ਦੇ ਵਿੱਚ ਕੋਈ ਮਾਤਰਾ ਸੀਮਤ ਨਹੀਂ ਹੁੰਦੀ ਉਸਦਾ ਕੋਈ ਟੈਸਟ ਨਹੀਂ ਹੋਇਆ ਹੁੰਦਾ ਤਾਂ ਉਸ ਦੇ ਵਿੱਚ ਇਹ ਨਹੀਂ ਪਤਾ ਹੁੰਦਾ ਕਿ ਉਸ ਭੰਗ ਦੇ ਸੇਵਨ ਦੇ ਨਾਲ ਕੀ ਤੁਹਾਡੀ ਤਬੀਅਤ ਖਰਾਬ ਹੋ ਸਕਦੀ ਹੈ ਜਾਂ ਫਿਰ ਉਹ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ ਕਿ ਉਹਦੇ ਵਿੱਚ ਕੀ ਕੁਝ ਪਾਇਆ ਹੋਇਆ ਹੈ ਇਹ ਵੀ ਨਹੀਂ ਪਤਾ ਹੁੰਦਾ ਜਿਸ ਕਰਕੇ ਅਧਿਕਾਰੀਆਂ ਨੇ ਕਿਹਾ ਕਿ ਆਪਣੀ ਸਿਹਤ ਦੇ ਨਾਲ ਆਪ ਖਿਲਵਾੜ ਨਾ ਕੀਤਾ ਜਾਵੇ ਜੇਕਰ ਭੰਗ ਲੈਣੀ ਵੀ ਹੈ ਤਾਂ ਜਿਹੜੇ ਲੀਗਲ ਸਟੋਰ ਨੇ ਲਾਇਸੈਂਸ ਵਾਲੇ ਉਹਨਾਂ ਤੋਂ ਹੀ ਲਈ ਜਾਵੇ ਜਿਸ ਸੰਬੰਧੀ ਜੋ ਕੈਨੇਡਾ ਸਰਕਾਰ ਦੀ ਕੈਨੇਬਿਸ ਦੀ ਵੈਬਸਾਈਟ ਹੈ ਉਸ ਦੇ ਉੱਤੇ ਜਾ ਕੇ ਜਾਣਕਾਰੀ ਲਈ ਜਾ ਸਕਦੀ ਹੈ ਕਿ ਆਖਿਰ ਕਿੱਥੇ ਸਟੋਰ ਹੈਗੇ ਨੇ ਤੇ ਕਿੱਥੇ ਆਨਲਾਈਨ ਵੀ ਉੱਥੋਂ ਵੀ ਭੰਗ ਖਰੀਦੀ ਜਾ ਸਕਦੀ ਹੈ ਜੇਕਰ ਕਿਸੇ ਨੇ ਲੈਣੀ ਹੋਵੇ ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ ਅਗਲੀ ਖਬਰ ਵੈਨਕੂਵਰ ਤੋਂ ਹੈ ਵੈਨਕੂਵਰ ਤੋਂ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਧਿਕਾਰੀਆਂ ਨੇ ਇੱਕ 66 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਵਿਅਕਤੀ ਨੇ ਪੁਲਿਸ ਵਾਲਿਆਂ ਦੀ ਗੱਡੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਉਹਨਾਂ ਦੇ ਕੁੱਤੇ ਨੂੰ ਵੀ ਜ਼ਖਮੀ ਕਰ ਦਿੱਤਾ ਵੈਨਕੂਵਰ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਜਿੱਥੇ ਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਲੱਗੇ ਸੀ ਪੁਲਿਸ ਅਧਿਕਾਰੀ ਜਿਨ੍ਹਾਂ ਦੇ ਉੱਤੇ ਉਸ ਵਿਅਕਤੀ ਨੇ ਹਮਲਾ ਕਰ ਦਿੱਤਾ ਅੱਜ ਸਵੇਰੇ ਸਿਟੀ ਆਫ ਵੈਨਕੂਵਰ ਦੇ ਵਿੱਚ ਨੈਸ਼ਨਲ ਯਾਰਡਸ ਤੋਂ ਇਹ ਖਬਰ ਸਾਹਮਣੇ ਆਈ ਜਿੱਥੇ ਸਵੇਰੇ 6 ਵਜੇ ਤੋਂ ਪਹਿਲਾਂ ਦਾ ਇਹ ਮਾਮਲਾ ਹੈ ਜਿੱਥੇ ਇੱਕ ਵਿਅਕਤੀ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਅੰਦਰ ਜਾ ਰਿਹਾ ਸੀ ਤਾਂ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਤਾਂ ਉਸਨੇ ਪੁਲਿਸ ਦੇ ਵਾਹਨ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਜਦੋਂ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ਅਧਿਕਾਰੀਆਂ ਦੇ ਉੱਤੇ ਹੀ ਹਮਲਾ ਕਰ ਦਿੱਤਾ 66 ਸਾਲਾ ਵਿਅਕਤੀ ਨੂੰ ਬਾਅਦ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਿਸ ਨੇ ਕਿ ਪੁਲਿਸ ਦੇ ਡੌਗ ਦੇ ਉੱਤੇ ਵੀ ਹਮਲਾ ਕੀਤਾ ਜਿਸ ਦਾ ਇੱਕ ਦੰਦ ਵੀ ਟੁੱਟ ਗਿਆ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦੱਸੀ ਹੈ ਕਿ ਉਹਨਾਂ ਨੂੰ ਲੱਗਿਆ ਕਿ ਉਹ ਵਿਅਕਤੀ ਠੀਕ ਨਹੀਂ ਸੀ ਜਿਸ ਨੂੰ ਹਸਪਤਾਲ ਵੀ ਲਿਜਾਇਆ ਗਿਆ ਤੇ ਉਹ ਹਸਪਤਾਲ ਦੇ ਵਿੱਚ ਹੀ ਹੈ ਇਸ ਸੰਬੰਧੀ ਪੁਲਿਸ ਨੇ ਵੀ ਜਾਣਕਾਰੀ ਦਿੱਤੀ ਕਿ ਇੱਕ ਦਿਨ ਪਹਿਲਾਂ ਇਸੇ ਵਿਅਕਤੀ ਨੂੰ ਸਟੈਨਲੇ ਪਾਰਕ ਵਿੱਚ ਧਮਕੀਆਂ ਦੇਣ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੂੰ ਕਿ ਜੇਲ੍ਹ ਤੋਂ ਕੁਝ ਹਦਾਇਤਾਂ ਦੇ ਆਧਾਰ ਤੇ ਛੱਡ ਦਿੱਤਾ ਗਿਆ ਸੀ ਇਸ ਨਾਲ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ ਅਗਲੀ ਖਬਰ ਹੈ ਕਿ ਰਿਚਮੰਡ ਤੋਂ RCMP ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਪਾਰਕ ਵਿੱਚ ਦੋ ਧਿਰਾਂ ਦਰਮਿਆਨ ਲੜਾਈ ਹੋ ਗਈ ਸੀ ਤੇ ਇਸ ਲੜਾਈ ਦੇ ਦੌਰਾਨ ਨਸਲੀ ਟਿੱਪਣੀਆਂ ਦਾ ਮਾਮਲਾ ਸਾਹਮਣੇ ਆਇਆ ਰਿਚਮੰਡ RCMP ਨੇ ਜਾਣਕਾਰੀ ਦਿੱਤੀ ਹੈ ਕਿ ਮਈ 8 ਨੂੰ ਉਹਨਾਂ ਨੂੰ ਇੱਕ ਮਾਮਲੇ ਦੀ ਸ਼ਿਕਾਇਤ ਮਿਲੀ ਕਿ ਗੈਰੀ ਪੁਆਇੰਟ ਪਾਰਕ ਵਿੱਚ ਦੋ ਧਿਰਾਂ ਦਰਮਿਆਨ ਲੜਾਈ ਹੋਈ ਹੈ ਤੇ ਉਸ ਵਿੱਚ ਨਾਲ ਹੀ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਨੇ ਤੇ ਇਸ ਸੰਬੰਧੀ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਦੇ ਪਹੁੰਚਣ ਤੱਕ ਇੱਕ ਧਿਰ ਉੱਥੋਂ ਜਾ ਚੁੱਕੀ ਸੀ ਪਰ ਕੁਝ ਦੇਰ ਬਾਅਦ ਉਹਨਾਂ ਨੇ ਮਾਮਲੇ ਵਿੱਚ ਸ਼ਾਮਲ ਸਾਰੇ ਹੀ ਵਿਅਕਤੀਆਂ ਨੂੰ ਪਛਾਣ ਵੀ ਲਿਆ ਤੇ ਲੱਭ ਵੀ ਲਿਆ ਤੇ ਇਸ ਦੇ ਉੱਤੇ ਹੁਣ ਜਾਂਚ ਕੀਤੀ ਜਾ ਰਹੀ ਹੈ ਰਿਚਮੰਡ RCMP ਵਾਚ ਜਨਰਲ ਇਨਵੈਸਟੀਗੇਸ਼ਨ ਸਰਵਿਸ ਯੂਨਿਟ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਦੇ ਰਹੀ ਹੈ ਇਸ ਸੰਬੰਧੀ ਪੁਲਿਸ ਨੇ ਕਿਹਾ ਨਸਲੀ ਟਿੱਪਣੀ ਹੋਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਦੀ ਉਹ ਨਿਖੇਧੀ ਵੀ ਕਰਦੇ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਾਫੀ ਗੰਭੀਰਤਾ ਨਾਲ ਅਜਿਹੇ ਮਾਮਲਿਆਂ ਨੂੰ ਲਿਆ ਜਾਂਦਾ ਹੈ ਕਿ ਨਸਲੀ ਟਿੱਪਣੀਆਂ ਜਾਂ ਨਸਲੀ ਹਮਲੇ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੇ ਜਾਂਦੇ ਰਿਚਮੰਡ RCMP ਨੇ ਦੱਸਿਆ ਕਿ ਮਾਮਲੇ ਦੇ ਉੱਤੇ ਅੱਗੇ ਹੋਰ ਜਾਂਚ ਚੱਲੇਗੀ ਤੇ ਜੇਕਰ ਕਿਸੇ ਨੂੰ ਇਸ ਵਿੱਚ ਜ਼ਿੰਮੇਵਾਰ ਪਾਇਆ ਜਾਂਦਾ ਤਾਂ ਉਸ ਦੇ ਉੱਤੇ ਮਾਮਲਾ ਵੀ ਦਰਜ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਇੱਕ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ ਤੁਹਾਨੂੰ ਇਸ ਪ੍ਰੋਗਰਾਮ ਦੇ ਬਾਰੇ ਹੀ ਹੁਣ ਮੈਂ ਦੱਸਾਂਗੀ ਕਿ ਪਹਿਲੀ ਗੱਲ ਹੈ ਕਿ ਇਹ ਸਿਰਫ ਵੱਡੀਆਂ ਕੰਪਨੀਆਂ ਦੇ ਵਾਸਤੇ ਹੈ ਜਿਨ੍ਹਾਂ ਦੀ ਆਮਦਨ ਸਾਲ ਦੀ $300 ਮਿਲੀਅਨ ਜਾਂ ਇਸ ਤੋਂ ਵੱਧ ਹੁੰਦੀ ਹੈ ਉਹਨਾਂ ਕੰਪਨੀਆਂ ਦੇ ਵਾਸਤੇ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਾਮੇ ਕੰਮ ਕਰਦੇ ਨੇ ਤੇ ਉਹਨਾਂ ਕਾਮਿਆਂ ਦਾ ਕੰਮ ਨਾ ਰੁਕੇ ਉਹਨਾਂ ਨੂੰ ਸਿਰਫ ਇਸ ਕਰਕੇ ਕਿ ਕੰਪਨੀਆਂ ਨੂੰ ਘਾਟਾ ਪੈ ਰਿਹਾ ਹੈ ਕੰਮ ਤੋਂ ਕੱਢ ਦਿੱਤਾ ਜਾਵੇ ਅਜਿਹਾ ਨਾ ਹੋਵੇ ਇਸ ਦੇ ਵਾਸਤੇ ਇਹ ਪ੍ਰੋਗਰਾਮ ਐਲਾਨਿਆ ਗਿਆ ਜਿਸ ਦਾ ਨਾਮ ਹੈ LEEFF
ਯਾਨੀ ਕਿ ਲਾਰਜ EMPLOYER ਐਮਰਜੈਂਸੀ ਫਾਈਨੈਂਸਿੰਗ ਫੈਸਿਲਿਟੀ। ਇਸ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਸ ਤੌਰ ਦੇ ਉੱਤੇ ਇਹ ਕਿਹਾ ਕਿ ਉਹਨਾਂ ਨੂੰ ਵਿੱਤੀ ਮਦਦ ਕਿਸ ਤਰ੍ਹਾਂ ਦਿੱਤੀ ਜਾ ਰਹੀ ਕਿ ਲੋਨ ਦਿੱਤਾ ਜਾਵੇਗਾ, ਤੇ ਲੋਨ ਦੇ ਵਿੱਚ ਵੀ ਸਾਫ਼ ਤੌਰ ਦੇ ਉੱਤੇ ਜ਼ਿਕਰ ਉਹਨਾਂ ਨੇ ਕੀਤਾ ਕਿ ਇਹ ਬ੍ਰਿਜ ਲੋਨ ਹੋਵੇਗਾ, ਨਾ ਕਿ ਬੇਲ ਆਊਟ। ਬ੍ਰਿਜ ਲੋਨ ਯਾਨੀ ਕਿ ਇਹਦੇ ਵਿੱਚ ਵਿਆਜ ਜ਼ਿਆਦਾ ਹੁੰਦਾ ਹੈ ਤੇ ਇਹ ਘੱਟ ਸਮੇਂ ਦੇ ਵਿੱਚ ਮੋੜਨਾ ਹੁੰਦਾ ਹੈ, 6 ਮਹੀਨੇ ਤੋਂ 3 ਸਾਲ ਦੇ ਸਮੇਂ ਦੇ ਦਰਮਿਆਨ ਇਹ ਮੋੜਨਾ ਹੁੰਦਾ ਹੈ। ਤੇ ਜਿਹੜੇ ਬੇਲ ਆਊਟ ਹੁੰਦਾ ਹੈ ਉਹ ਤਾਂ ਹੁੰਦਾ ਹੈ ਕਿ ਜਿਹੜੀ ਵਿੱਤੀ ਮਦਦ ਦੇਣੀ ਹੈ ਜਿਸ ਦੇ ਵਿੱਚ ਵਿਆਜ ਤੋਂ ਵੀ ਛੋਟ ਦਿੱਤੀ ਜਾਂਦੀ ਹੈ, ਕੁਝ ਨਾ ਕੁਝ ਸਰਕਾਰ ਦੇ ਵੱਲੋਂ ਲੋਨ 'ਚ ਵੀ ਛੋਟ ਦਿੱਤੀ ਜਾਂਦੀ ਹੈ, ਜੋ ਪਹਿਲਾਂ ਛੋਟੇ ਵਪਾਰੀਆਂ ਦੀ ਮਦਦ ਕੀਤੀ ਗਈ ਹੈ ਸਰਕਾਰ ਵੱਲੋਂ। ਪਰ ਬ੍ਰਿਜ ਲੋਨ ਹੈਗਾ ਜਿਹੜੀ ਇਹ ਮਦਦ ਕੀਤੀ ਜਾ ਰਹੀ ਹੈ ਵੱਡੇ ਕੰਪਨੀਆਂ ਦੀ, ਤਾਂ ਇਸ ਦੇ ਵਿੱਚ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਨੇ। ਇਹ ਨਹੀਂ ਹੈ ਕਿ ਜਿਹੜੀਆਂ ਕੰਪਨੀਆਂ ਦੀ ਸਿਰਫ ਆਮਦਨ $300 ਮਿਲੀਅਨ ਤੋਂ ਜ਼ਿਆਦਾ ਜਾਂ $300 ਮਿਲੀਅਨ ਹੈ ਉਹਨਾਂ ਨੂੰ ਮਿਲ ਜਾਵੇਗਾ। ਇਸ ਦੇ ਵਿੱਚ ਵੀ ਸ਼ਰਤਾਂ ਰੱਖੀਆਂ ਗਈਆਂ ਨੇ ਸਰਕਾਰ ਦੇ ਵੱਲੋਂ, ਤੇ ਉਹਨਾਂ ਸ਼ਰਤਾਂ ਦੇ ਵਿੱਚ ਸਭ ਤੋਂ ਅਹਿਮ ਇੱਕ ਸ਼ਰਤ ਇਹ ਵੀ ਹੈ, ਜਿਨ੍ਹਾਂ ਕੰਪਨੀਆਂ ਨੇ ਇਸ ਪ੍ਰੋਗਰਾਮ ਦੇ ਤਹਿਤ ਮਦਦ ਲੈਣੀ ਹੈ ਉਹਨਾਂ ਨੂੰ ਆਪਣਾ ਇੱਕ ਵਾਤਾਵਰਣ ਸੰਬੰਧੀ ਪਲਾਨ ਵੀ ਜਾਰੀ ਕਰਨਾ ਪਵੇਗਾ, ਜਿਸ ਤਹਿਤ ਵਾਤਾਵਰਣ ਨੂੰ ਸੁਰੱਖਿਅਤ ਤੇ ਸਾਫ਼ ਸੁਥਰਾ ਬਣਾਉਣ ਵਾਸਤੇ ਹੋਰ ਜ਼ਿਆਦਾ ਕੰਮ ਕੀਤਾ ਜਾ ਸਕੇ। ਇਸ ਦੇ ਨਾਲ ਹੀ ਹੋਰ ਵੀ ਕਾਫੀ ਜ਼ਿਆਦਾ ਸ਼ਰਤਾਂ ਨੇ, ਪਰ ਇਸ ਪ੍ਰੋਗਰਾਮ ਦਾ ਹਜੇ ਐਲਾਨ ਹੀ ਕੀਤਾ ਗਿਆ, ਜਿਸ ਦੇ ਬਾਰੇ ਪੂਰੀ ਜਾਣਕਾਰੀ ਤਾਂ ਹਜੇ ਜਾਰੀ ਨਹੀਂ ਹੋਈ ਹੈ, ਕਿਉਂਕਿ ਹਜੇ ਇਹ ਵੀ ਜਾਰੀ ਹੋਣਾ ਬਾਕੀ ਹੈ ਕਿ ਆਖਿਰ ਇਹ ਪ੍ਰੋਗਰਾਮ ਸ਼ੁਰੂ ਕਦੋਂ ਤੋਂ ਹੋ ਰਿਹਾ ਹੈ। ਤੇ ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੱਤੀ, ਤੇ ਇਸ ਪ੍ਰੋਗਰਾਮ ਦੇ ਬਾਰੇ ਪ੍ਰਧਾਨ ਮੰਤਰੀ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾਵਾਂਗੇ। ਤੇ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਵੀ ਦੱਸ ਦੇਵਾਂ ਕਿ ਨਰਸਿਸ ਦੇ ਵਾਸਤੇ ਇਹ ਸਮਰਪਿਤ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਨਰਸਿਸ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਦਾ ਧੰਨਵਾਦ ਵੀ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਕੀਤਾ ਗਿਆ। Today, I am announcing the next phase of our support for enterprises that collectively employ millions of Canadians and are experiencing unprecedented losses due to the COVID-19 pandemic. We are expanding the Business Credit Availability Program, put in place to keep small businesses solvent, to mid-sized companies with a greater need for capital. Export Development Canada and the Business Development Bank of Canada will work with private sector lenders to free up access to capital in the tens of millions for Canadian companies in every industry and in all regions across Canada. At the same time, we are establishing a large employer emergency financing facility to provide bridge financing for our largest employers if they are unable to obtain financing through other means. But let me be clear, these are bridge loans, not bailouts. Just as we are finding ways to support small and medium-sized businesses, we'll provide loans to the largest enterprises to help them weather the storm and protect the millions of jobs they provide across Canada. In providing this support, we will be guided by several basic principles. The first is to avoid bankruptcies. Our purpose is to keep large Canadian companies on their feet and protect the millions of jobs they provide. The goal here is not to fix pre-existing insolvencies or restructurings, nor is it to provide low-cost lending to companies that don't need it. Second, we will be fair. Financing will be accessible to every industry sector in a way that is consistent in every province and territory right across Canada. And critically, we will protect workers and hold companies accountable. This is fundamental. Any company that receives this support will be expected to make and keep certain commitments. Those include maintaining jobs and investment, respecting collective agreements and pension obligations, and environmental and climate commitments. In particular, there will be strict limits on dividends, share buybacks, and executive compensation. To stand strong against tax avoidance and tax evasion, we will require companies to share with us their complete financial structure as they apply for funding. With this program, we're taking a bold step. Ideally, private sector lenders are adequate for the needs of large businesses. But in an extraordinary situation when that isn't always enough, we must act to prevent massive harm to Canadian workers and families and the Canadian economy. We will not allow millions of people to lose their livelihoods because of unprecedented events
beyond their control. Finally, as we continue to work on plans to reopen, I want to say this. Please let caution and medical advice be your guides. We are all anxious to see life go back to something that looks more like normal. But we're not out of the woods yet, and we cannot squander the sacrifices we've made over the past 2 months. So when in doubt, if you can, stay home. Avoid gatherings. Wash your hands frequently and thoroughly, and maintain 2 meters distance from everyone else. This is how we will keep fellow Canadians who can't stay home and those working on the front lines safe. ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।